ਰਾਜਪੁਰ ਨਾਮਕ ਪਿੰਡ ਦੇ ਕੋਲ ਯਮੁਨਾ ਨਦੀ ਦੇ ਕਿਨਾਰੇ ਇੱਕ ਪਾਖੰਡੀ ਬਾਬਾ ਦਾ ਆਸ਼ਰਮ ਹੈਗਾ। ਸਾਰੇ ਪਿੰਡ ਦੇ ਲੋਕੀ ਉਸ ਬਾਬਾ ਨੂੰ ਸਿੱਧ ਪੁਰਸ਼ ਮੰਨਦੇ ਨੇ। ਆਪਣੀ ਪਰੇਸ਼ਾਨੀਆਂ ਦਾ ਹੱਲ ਢੂੰਢਣ ਲਈ ਹੋਰ ਝਾੜ ਫੂਕ ਕਰਾਉਣ ਦੇ ਲਈ ਬਾਬਾ ਦੇ ਕੋਲ ਆਉਂਦੇ ਨੇ। ਬਾਬਾ ਭੋਲੇ ਪਾਲੇ ਪਿੰਡ ਵਾਲਿਆਂ ਨੂੰ ਅੰਧ ਵਿਸ਼ਵਾਸ ਵਿੱਚ ਪਾ ਕੇ ਪੈਸੇ ਐਟਦਾ ਰਹਿੰਦਾ ਹੈ। ਆਯੁਸ਼ਮਾਨ ਭਵਾ। ਬਾਬਾ ਦੀ ਜੈ ਹੋ। ਬਾਬਾ, ਮੇਰੀ ਸ਼ਾਦੀ ਨੂੰ 7 ਸਾਲ ਹੋ ਗਏ ਨੇ, ਪਰ ਹਾਲੇ ਤੱਕ ਮੇਰੇ ਘਰ ਵਿੱਚ ਪਲਣਾ ਨਹੀਂ ਬੰਦਾ। ਪਰ ਇਹੋ ਜਿਹਾ ਕੋਈ ਇਲਾਜ ਦੱਸੋ ਕਿ ਮੇਰੀ ਵੋਟੀ ਦੀ ਗੋਦ ਭਰ ਜਾਵੇ। ਬੱਕਰੀ ਦੀ ਬਲੀ ਦੇਊਗਾ। ਬਲੀ ਦੇਣਾ ਤਾਂ ਪਾਪ ਹੈਗਾ ਨਾ ਗੁਰੂ ਜੀ। ਓਏ ਪਾਗਲ ਜਿਹਾ, ਪਾਪ ਔਰ ਪੁण्य ਦਾ ਪਲੜਾ ਤੂੰ ਤੈਅ ਕਰੇਂਗਾ। ਤੈਨੂੰ ਬੱਚਾ ਚਾਹੀਦਾ ਕਿ ਨਹੀਂ? ਗੁੱਸਾ ਨਾ ਕਰੋ ਗੁਰੂ ਜੀ, ਇਹਨੂੰ ਮਾਫ ਕਰ ਦਿਓ, ਸਾਨੂੰ ਬੱਚਾ ਚਾਹੀਦਾ ਹੈ। ਠੀਕ ਆ, ਕੱਲ ਆਸ਼ਰਮ ਦੇ ਵਿੱਚ ਬਲੀ ਚੜਾਉਣ ਦਾ ਅਨੁਸ਼ਠਾਨ ਹੈਗਾ। ਬਲੀ ਚੜਾਉਣ ਲਈ ਕੱਲ ਬੱਕਰੀ ਲੈ ਕੇ ਆ ਜਾਈ। किसी भी जानवर दी बलि देना गैर कानूनी हैगा और महापाप भी हैगा। फिर भी पाखंडी बाबा जिवें लोग धर्म ते ना पे डरा के ते कदी लालच दे के अंधविश्वासी लोकां नूं बलि चढ़ाउण दे लई तैयार करदा ने। सुनो ਏ ਪੁੱਤ, ਕੱਲ ਦੇ ਅਨੁਸ਼ਠਾਨ ਦੇ ਵਿੱਚ ਬਲੀ ਚੜਾਉਣ ਲਈ ਇੱਕ ਬੱਕਰੀ ਦਾ ਇੰਤਜ਼ਾਮ ਕੀਤਾ ਜਾਵੇ। ਜੀ ਗੁਰੂਦੇਵ, ਹੁਣ ਅਸੀਂ ਬੱਕਰੀ ਦਾ ਇੰਤਜ਼ਾਮ ਕਰਦੇ ਹਾਂ। ਠੀਕ ਆ, ਪਰ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਗੱਲ ਪੁੱਛਾਂ ਗੁਰੂਦੇਵ? ਪੁੱਛੋ ਏ ਪੁੱਤ। ਮਾਫ ਕਰਨਾ ਗੁਰੂਦੇਵ, ਛੋਟਾ ਮੂੰਹ ਔਰ ਬੜੀ ਗੱਲ ਔਰ ਮੈਨੂੰ ਬਲੀ ਦੇਣ ਵਾਲੀ ਪ੍ਰਥਾ ਮੈਨੂੰ ਸਮਝ ਨਹੀਂ ਆਈ ਕਿ ਬੱਕਰੇ ਦੀ ਬਲੀ ਦੇਣਾ ਜ਼ਰੂਰੀ ਹੈ। ਬਲੀ ਦੇਣ ਦੇ ਬਾਅਦ ਰੱਬ ਖੁਸ਼ ਹੁੰਦਾ ਹੈ ਔਰ ਸਾਡੀ ਸਾਰੀ ਮਨੋਕਾਮਨਾ ਪੂਰਨ ਹੁੰਦੀ ਹੈ ਪੁੱਤ, ਸਮਝਿਆ? ਮਾਫ ਕਰਨਾ ਗੁਰੂ ਜੀ, ਇਸ ਗੱਲ ਤੋਂ ਮੈਂ ਸਹਿਮਤ ਨਹੀਂ ਹੈਗਾ। ਸਾਰੀ ਧਰਤੀ ਤੇ ਜਨਦਾਤਾ ਤੇ ਮਰਤਿਉਦਾਤਾ ਰੱਬ ਹੁੰਦੇ ਨੇ, ਫਿਰ ਬੇਜ਼ੁਬਾਨ ਜਾਨਵਰ ਦੀ ਬਲੀ ਤੇ ਉਹ ਕਿਵੇਂ ਖੁਸ਼ ਹੋ ਸਕਦੇ ਨੇ? ਔਰ ਕਿਸੇ ਦੀ ਜਾਨ ਲੈ ਕੇ ਤਾਂ ਪਾਪ ਹੁੰਦਾ ਹੈ, ਮਨੋਕਾਮਨਾ ਪੂਰਨ ਨਹੀਂ ਹੁੰਦੀ। ਚੁੱਪ ਕਰ ਓਏ, ਐ ਕੀ ਅਨਾਪ ਸ਼ਨਾਪ ਬਕੀ ਜਾਂਦੇ ਹੋ? ਅਹਮ ਬ੍ਰਹਮਾਸ਼ਮੀ ਭੁੱਲ ਗਏ ਹੋ ਕੀ? ਮੇਰੇ ਜਿਹਾ ਵੱਡਾ ਗਿਆਨੀ ਤੇ ਮਹਾਤਮਾ ਬਣਨਾ ਹੈ ਕਿ ਨਹੀਂ? ਪੜਨਾ ਹੈ ਗੁਰੂਦੇਵ। ਤਾਂ ਫਿਰ ਮੈਂ ਜੋ ਕਹੂੰ ਉਹੀ ਤੁਹਾਨੂੰ ਕਰਨਾ ਹੈ, ਸਮਝ ਗਏ? ਜੀ ਗੁਰੂਦੇਵ। ਤਾਂ ਫਿਰ ਜਾਓ ਔਰ ਛੇਤੀ ਕਰਕੇ ਬਲੀ ਦੇ ਲਈ ਬੱਕਰੀ ਲੈ ਕੇ ਆਓ। ਜੀ ਗੁਰੂਦੇਵ, ਜਿਵੇਂ ਤੁਹਾਡੀ ਆਗਿਆ। ਉਸ ਦੇ ਬਾਅਦ ਦੋਨੋਂ ਸਿੱਸ਼ ਬਲੀ ਚੜਾਉਣ ਦੇ ਲਈ ਬੱਕਰੀ ਖਰੀਦਣ ਲਈ ਪਿੰਡ ਦੀ ओर ਚੱਲ ਪੈਂਦੇ ਨੇ। ਰਸਤੇ 'ਚ ਇੱਕ ਵਾਰੀ ਹੋਰ ਦੋਨੋਂ ਤੇ ਦੋਨੋਂ ਬਲੀ ਦੇ ਬਾਰੇ 'ਚ ਗੱਲ ਕਰਦੇ ਨੇ। ਭੋਲੇ, ਸਿੱਧੀ ਪਾਉਣ ਦੇ ਲਾਲਚ ਦੇ ਲਈ ਬਲੀ ਦੇ ਬੱਕਰੇ ਦਾ ਇੰਤਜ਼ਾਮ ਕਰਕੇ ਅਸੀਂ ਕਿਤੇ ਪਾਪ ਦੇ ਭਾਗੀਦਾਰ ਤਾਂ ਨਹੀਂ ਬਣਨ ਜਾ ਰਹੇ। ਮੈਨੂੰ ਵੀ ਏਦਾਂ ਹੀ ਲੱਗਦਾ। ਆਪਣੀ ਮਨੋਕਾਮਨਾ ਪੂਰਨ ਕਰਨ ਦੇ ਲਈ ਬੱਕਰੀ ਦੀ ਬਲੀ ਚੜਾਉਣਾ ਚੰਗਾ ਨਹੀਂ ਹੈਗਾ। ਤੂੰ ਠੀਕ ਕਹਿ ਰਿਹਾ, ਬਲੀ ਚੜਾਉਣਾ ਪਾਪ ਹੈਗਾ, ਪਰ ਜੇ ਗੁਰੂਦੇਵ ਤੇ ਸਾਨੂੰ ਸਿੱਧੀ ਪ੍ਰਾਪਤ ਕਰਨੀ ਆ ਤਾਂ ਸਾਨੂੰ ਚੁੱਪ ਰਹਿਣਾ ਪਊਗਾ। ਹਾਂ, ਔਰ ਜੋ ਗੁਰੂ ਜੀ ਕਹਿਣਗੇ ਉਹੀ ਸਾਨੂੰ ਕਰਨਾ ਪਊਗਾ। ਗੱਲ ਕਰਦੇ ਕਰਦੇ ਦੋਨੋਂ ਬੱਕਰੀ ਵਿਕਰੇਤਾ ਦੇ ਘਰ ਦੀ ओर ਜਾਂਦੇ ਨੇ। ਵਪਾਰੀ ਤੇ ਘਰ ਦੇ ਬਾਹਰ ਬੰਦੀ ਬੱਕਰੀਆਂ ਸਾਧੂ ਬਾਬਾ ਦੇ ਸ਼ਿష్ਯਾਂ ਨੂੰ ਆਂਦੇ ਦੇਖ ਆਪਸ ਵਿੱਚ ਗੱਲ ਕਰਨ ਲੱਗਦੀਆਂ। ਵੇਖ ਤੰਨੋ, ਉੱਥੇ ਵੇਖ, ਸਾਨੂੰ ਕੌਣ ਖਰੀਦਣ ਲਈ ਆ ਰਿਹਾ ਹੈ? ਸਾਨੂੰ ਨਹੀਂ, ਮੈਨੂੰ। ਸਵਾਮੀ ਜੀ ਮੈਨੂੰ ਖਰੀਦਣ ਦੇ ਲਈ ਆ ਰਹੇ ਆ ਕਿਉਂਕਿ ਮੈਂ ਤੇਰੇ ਤੋਂ ਜ਼ਿਆਦਾ ਸੁੰਦਰ ਵੀ ਆ ਤੇ ਤੰਦਰੁਸਤ ਵੀ ਆ। ਉਹ ਤੇ ਠੀਕ ਹੈ, ਪਰ ਸਾਧੂ ਬਾਬਾ ਤੈਨੂੰ ਖਰੀਦ ਕੇ ਕੀ ਕਰਾਂਗੇ? ਓਏ ਬੁੱਧੂ, ਇਹ ਮੈਨੂੰ ਆਪਣੇ ਆਸ਼ਰਮ ਵਿੱਚ ਲੈ ਜਾਵਾਂਗੇ, ਤਾਜ਼ਾ ਤਾਜ਼ਾ ਚਾਰਾ ਖਿਲਾਵਾਂਗੇ, ਰੋਜ਼ ਨਹਿਲਾਵਾਂਗੇ ਤੇ ਮੇਰੇ ਨਾਲ ਖੇਡਣਗੇ। ਫਿਰ ਮੈਂ ਵੀ ਰੋਜ਼ ਦਿਲ ਨਾਲ ਉਹਨਾਂ ਨੂੰ ਤਾਜ਼ਾ ਤਾਜ਼ਾ ਦੁੱਧ ਦਵਾਂਗੀ, ਵੇਖ ਲਿਓ। ਓਏ ਵਾਹ, ਕਿੰਨੀ ਕਿਸਮਤ ਵਾਲੀ ਹੋਗੀ ਉਹ ਬੱਕਰੀ ਜਿਸ ਨੂੰ ਸਵਾਮੀ ਜੀ ਲੈ ਜਾਵਾਂਗੇ, ਹੈ ਨਾ? ਹਾਂ, ਤੇ ਉਹ ਕਿਸਮਤ ਵਾਲੀ ਬੱਕਰੀ ਮੈਂ ਹੀ ਆ, ਵੇਖ ਲਿਓ। ਬੱਕਰੀਆਂ ਨੂੰ ਤਾਂ ਐਸਾ ਹੀ ਲੱਗਦਾ ਪਿਆ ਕਿ ਉਹਨਾਂ ਨੂੰ ਖਰੀਦਣ ਵਾਲਾ ਸਾਧੂ ਹੈਗਾ ਤੇ ਆਸ਼ਰਮ 'ਚ ਲੈ ਜਾਊਗਾ, ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਦੋਵੇਂ ਸਿੱਸ਼ ਪਾਖੰਡੀ ਬਾਬਾ ਦੇ ਸਿੱਸ਼ ਨੇ ਔਰ ਬੱਕਰੀ ਤੋਂ ਬਲੀ ਦੇਣ ਲਈ ਲੈਣ ਆਏ ਹੈਗੇ। ਜੈ ਗੁਰੂਦੇਵ। ਪੈਰੀ ਪਾਉਣਾ ਮਹਾਰਾਜ। ਦੱਸੋ ਮਹਾਰਾਜ, ਕਿਵੇਂ ਆਣਾ ਹੋਇਆ? ਦਰਅਸਲ ਗੱਲ ਇਹ ਹੈ ਕਿ ਸਾਡੇ ਗੁਰੂ ਜੀ ਨੇ ਇੱਥੇ ਬੱਕਰੀ ਖਰੀਦਣ ਲਈ ਭੇਜਿਆ ਹੈ, ਪਰ ਬੱਕਰੀ ਸੋਹਣੀ ਹੋਣ ਦੇ ਨਾਲ ਹੱਟੀ ਕੱਟੀ ਵੀ ਹੋਣੀ ਚਾਹੀਦੀ ਹੈ। ਵੇਖਿਆ, ਉਹਨਾਂ ਨੂੰ ਖੂਬਸੂਰਤ ਤੇ ਤੰਦਰੁਸਤ ਬੱਕਰੀ ਚਾਹੀਦੀ ਹੈ ਤੇ ਉਹ ਤੇ ਸਿਰਫ ਮੈਂ ਹੀ ਹਾਂ। ਤਾਂ ਤੋ ਮਹਾਰਾਜ ਤੁਸੀਂ ਉਹ ਬੱਕਰੀ ਲੈ ਜਾਓ, ਉਹ ਸੋਹਣੀ ਵੀ ਹੈਗੀ ਔਰ ਹੱਟੀ ਕੱਟੀ ਵੀ ਹੈਗੀ। ਠੀਕ ਆ, ਤਾਂ ਤੁਸੀਂ ਸਾਨੂੰ ਉਹੀ ਬੱਕਰੀ ਦੇ ਦਿਓ। ਵੇਖਿਆ, ਮੈਂ ਕਿਹਾ ਸੀ ਨਾ ਇਹ ਲੋਕੀ ਮੈਨੂੰ ਹੀ ਲੈ ਜਾਵਾਂਗੇ। ਯਾਰ ਤੂੰ ਵੱਡੀ ਕਿਸਮਤ ਵਾਲੀ ਹੈ, ਉਹ ਤੇ ਮੈਂ ਹੈ ਹੀ। ਆ ਲੋ ਬੱਕਰੀ ਦੇ ਪੈਸੇ। ਧੰਨਵਾਦ।
ਹੁਣ ਕੱਲ ਤੋਂ ਮੈਂ ਆਸ਼ਰਮ ਵਿੱਚ ਐਸ਼ ਕਰਾਂਗੀ। ਮਾਫ ਕਰਨਾ ਮਹਾਰਾਜ, ਬੱਕਰੀ ਦੀ ਇੱਕ ਗੱਲ ਦੱਸਣਾ ਤਾਂ ਮੈਂ ਭੁੱਲ ਹੀ ਗਿਆ। ਜੇ ਬੱਕਰੀ ਰੋਜ਼ਾਨਾ 10 ਕਿਲੋ ਦੁੱਧ ਦਿੰਦੀ ਆ। ਓਏ ਭਾਈ, ਸਾਨੂੰ दूध नहीं चाहिए। बकरी तो सानू बलि चढ़ाने के लिए चाहिए है। कल सवेरे तो आ बकरी रब नू प्यारी हो जूगी। ਇਹ ਸੁਣ ਕਰ ਬੱਕਰੀ ਤੇ ਸਰ ਤੇ ਬਿਜਲੀ ਗਿਰ ਪੈਂਦੀ ਹੈ। ਬੱਕਰੀ ਦੇ ਅੱਖਾਂ ਵਿੱਚ ਆਂਸੂ ਆ ਜਾਂਦੇ ਨੇ। ਮਾਫ ਕਰਿਓ ਭੈਣ, ਮੈਨੂੰ ਆਪਣੀ ਖੂਬਸੂਰਤੀ ਤੇ ਤੰਦਰੁਸਤੀ ਉੱਤੇ ਘਮੰਡ ਸੀ, ਪਰ ਇਹ ਪਤਾ ਨਹੀਂ ਸੀ ਕਿ ਕਦੀ-ਕਦੀ ਖੂਬਸੂਰਤੀ ਤੇ ਤੰਦਰੁਸਤੀ ਹੀ ਮੌਤ ਦਾ ਕਾਰਨ ਬਣ ਜਾਂਦੇ ਨੇ। ਆਲੋ ਮਹਾਰਾਜ, ਤੁਹਾਡੀ ਅਮਾਨਤ। शुक्रिया। बाबा दी जय हो। ਜੀਵਦੇ ਰਹੋ ਤੁਸੀਂ। बाबा असी बलि दे लई बकरी ले आए। ਹੁਣ ਤੁਹਾਨੂੰ ਕੱਲ ਸਵੇਰੇ ਨਦੀ ਦੇ ਪਵਿੱਤਰ ਪਾਣੀ ਵਿੱਚ ਇਸ਼ਨਾਨ ਕਰਾ ਕੇ ਬਲੀ ਦੇ ਲਈ ਪੇਸ਼ ਕਰਨਾ। जिवें तुसीं कहो गुरुदेव। भोले, बलि दे लई असी बकरी नू नहलाण लग रहे ने, पर इस बेजुबान जानवर नू मारन दा पाप साडे सर ते लग गया तो ओ पाप किवें धोवांगे? आज इस बकरी नू मार दिता जावेगा। ऐ गल पता होण दे बाद मैं सारी राती सो नहीं सकिया, पर असी कर भी की सकदे हां? गुरुजी दा हुक्म है तो मानना ही पऊगा। ਦੋਨੋਂ ਸਿੱਸ਼ਿਆਂ ਦੀ ਗੱਲ ਬੱਕਰੀ ਧਿਆਨ ਨਾਲ ਸੁਣਦੀ ਪਈ। ਹੁਣ ਬੱਕਰੀ ਇਹ ਤੇ ਸਮਝ ਗਈ ਸੀਗੀ ਕਿ ਇਹ ਦੋਨੋਂ ਸਿੱਸ਼ ਬਲੀ ਦੇ ਖਿਲਾਫ ਨੇ। ਇਹ ਜਾਣ ਕੇ ਬੱਕਰੀ ਦੀ ਜਾਨ ਵਿੱਚ ਜਾਨ ਆਈ। ਫਿਰ ਬੱਕਰੀ ਨੇ ਸੋਚਿਆ ਕਿ ਚੁੱਪਚਾਪ ਮਰ ਜਾਣ ਤੋਂ ਬਿਹਤਰ ਹੈਗਾ ਕਿ ਮੌਤ ਦਾ ਮੁਕਾਬਲਾ ਕੀਤਾ ਜਾਏ, ਅਤੇ ਬੱਕਰੀ ਨੇ ਆਪਣੀ ਅਕਲ ਦਾ ਇਸਤੇਮਾਲ ਕਰਨ ਲਈ ਸੋਚਿਆ। ਬੱਕਰੀ ਨੂੰ ਨਹਿਲਾ ਕੇ ਸਿੱਸ਼ ਉਹਨੂੰ ਆਸ਼ਰਮ ਦੀ ओर ਲੈ ਕੇ ਚੱਲ ਪਏ। ਤਦੋਂ ਬੱਕਰੀ ਨੇ ਰਾਸਤੇ 'ਚ ਕਿਹਾ, ਤੁਸੀਂ ਦੋਵੇਂ ਦੀ ਗੱਲਾਂ ਸੁਣ ਕੇ ਮੈਨੂੰ ਲੱਗਿਆ ਤੁਸੀਂ ਭਲੇ ਇਨਸਾਨ ਹੋ। ਉਹ ਤਾਂ ਅਸੀਂ ਹਾਂ ਹੀ। ਇਸ ਕਰਕੇ ਮੈਂ ਮਰਨ ਤੋਂ ਪਹਿਲਾਂ ਸੋਚਿਆ ਕਿ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਕੇ ਮਰਾਂ। ਅੱਛਾ, ਉਹ ਕੀ ਗੱਲ ਹੈ? ਅੱਜ ਮੈਨੂੰ ਬਲੀ ਦੇ ਨਾਂ ਤੇ ਮਾਰ ਦਿੱਤਾ ਜਾਵੇਗਾ, ਫੇਰ ਵੀ ਮੈਂ ਬਹੁਤ ਖੁਸ਼ ਹਾਂ। ਉਹ ਕਾਦੇ ਲਈ? ਕਿਉਂਕਿ ਮੈਨੂੰ ਤੁਹਾਡੇ ਗੁਰੂਦੇਵ ਉੱਤੇ ਹੱਸੀ ਆ ਰਹੀ ਹੈ। ਬੱਕਰੀ ਨੂੰ ਪਹਿਲੇ ਹੱਸਦੇ ਤੇ ਫਿਰ ਰੋਂਦੇ ਦੇਖ ਦੋਨੋਂ ਸਿੱਸ਼ਿਆਂ ਨੂੰ ਅਚਰਜ ਹੋਇਆ। ਤੇ ਫਿਰ ਭੋਲਾ ਨੇ ਬੱਕਰੀ ਨੂੰ ਪੁੱਛਿਆ, ਸੁਣ ਬੱਕਰੀ, ਤੂੰ ਸਾਨੂੰ ਧਰਮ ਸੰਕਟ ਦੇ ਵਿੱਚ ਫਸਾ ਦਿੱਤਾ। ਅੱਜ ਤੁਹਾਡੀ ਬਲੀ ਚੜਾ ਦੀ ਜਾਊਗੀ। ਫੇਰ ਵੀ ਤੂੰ ਖੁਸ਼ ਹੋ ਕੇ ਜ਼ੋਰ-ਜ਼ੋਰ ਤੇ ਹੱਸਣ ਲੱਗੀ, ਔਰ ਫਿਰ ਤੂੰ ਅਚਾਨਕ ਰੋਣ ਲੱਗ ਪਈ ਆ। ਇਹ ਗੱਲ ਸਾਡੇ ਪੱਲੇ ਨਹੀਂ ਪੜੀ। ਦੱਸ, ਇਹ ਤੂੰ ਕਾਦੇ ਲਈ ਕੀਤਾ? ਇਹ ਰਾਜ਼ ਦੀ ਗੱਲ ਹੈ। ਮੇਰੀ ਮੌਤ ਤੋਂ ਬਾਅਦ ਤੁਹਾਨੂੰ ਇਸ ਦਾ ਪਤਾ ਲੱਗ ਜਾਊਗਾ। ਬੱਕਰੀ ਨੇ ਜਾਨ ਬਚਾਉਣ ਦੇ ਲਈ ਆਪਣੀ ਅਕਲ ਦਾ ਇਸਤੇਮਾਲ ਸ਼ੁਰੂ ਕੀਤਾ। ਬੱਕਰੀ ਦਾ ਪਹਿਲੇ ਹੱਸਣਾ ਤੇ ਫਿਰ ਰੋਣਾ ਦੋਨੋਂ ਸਿੱਸ਼ਿਆਂ ਨੂੰ ਅਜੀਬ ਸਾ ਲੱਗਿਆ। ਬਾਤ ਕਰਦੇ ਕਰਦੇ ਦੋਨੋਂ ਸਿੱਸ਼ ਬੱਕਰੀ ਨੂੰ ਲੈ ਕੇ ਆਸ਼ਰਮ ਪਹੁੰਚ ਗਏ। गुरुजी, आज एक अजीबो करीब घटना हो गई सी। आप बकरी ਤੁਹਾਡੇ ਤੇ ਜ਼ੋਰ-ਜ਼ੋਰ ਤੇ ਹੱਸਣ ਲੱਗ ਪਈ। ਆਦੀ ਇੰਨੀ ਜ਼ਰੂਰਤ ਐ ਮੇਰੇ ਤੋਂ ਹੱਸਦੀ ਪਈ ਸੀ। हाँ, और फिर अचानक जोर-जोर तो रोने लग पई सी गुरुदेव। ਹੱਸਦੇ ਹੱਸਦੇ ਰੋਣ ਲੱਗੀ। ਐ ਕੀ ਮਾਮਲਾ ਹੈ? मैं भी ये पूछा सीगा, पर इसने दस्या कि ਇਹ ਰਾਜ਼ ਦੀ ਗੱਲ ਹੈ। ਰਾਜ਼ ਦੀ ਗੱਲ? ਐ ਬੱਕਰੀ, ਮਾਰਨ ਤੋਂ ਪਹਿਲਾਂ ਤੂੰ ਸਾਚੀ ਦੱਸ ਦੇ ਕਿ ਉਹ ਰਾਜ਼ ਦੀ ਗੱਲ ਕੀ ਆ। ਬਾਬਾ ਜੀ, ਤੁਸੀਂ ਮੇਰੀ ਬਲੀ ਦੇਣਾ ਚਾਹੁੰਦੇ ਹੋ ਤਾਂ ਸ਼ੌਕ ਨਾਲ ਦਿਓ। ਮੈਂ ਮਰਨ ਦੇ ਲਈ ਤਿਆਰ ਹਾਂ। ਪਹਿਲੀਆਂ ਨਾ ਪੁੱਛਾ, ਬਹੁਤ ਸਾਹਮਣੇ ਖੜੀ ਪਈ ਆ, ਫਿਰ ਵੀ ਤੂੰ ਹੱਸਦੀ ਪਈ ਐ। ਦੱਸ ਕੀ ਗੱਲ ਆ? ਸੱਚਾਈ ਸੁਣ ਸਕਦੇ ਹੋ ਬਾਬਾ ਜੀ। ਹੋਰ ਫਿਰ ਜਾਨ ਬਚਾਉਣ ਦੇ ਲਈ ਬੱਕਰੀ ਨੇ ਬਖੂਬੀ ਆਪਣੀ ਅਕਲ ਦਾ ਇਸਤੇਮਾਲ ਕੀਤਾ। ਮੌਤ ਸਾਹਮਣੇ ਖੜੀ ਹੈ, ਫੇਰ ਵੀ ਮੈਂ ਹੱਸ ਰਹੀ ਹਾਂ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਮੇਰੀ ਬਲੀ। ਬਲੀ? ਹਾਂ, ਬਲੀ। ਤੁਸੀਂ ਜਿਵੇਂ ਹੀ ਮੇਰੀ ਬਲੀ ਚੜਾਓਗੇ, ਮੈਂ ਉਂਝ ਹੀ ਸ਼ਰਾਪ ਨਾਲ ਮੁਕਤ ਹੋ ਜਾਵਾਂਗੀ। ਸ਼ਰਾਪ? ਕਿਹੜਾ ਸ਼ਰਾਪ? ਪਿਛਲੇ ਜਨਮ ਵਿੱਚ ਜਦ ਮੈਂ ਇਨਸਾਨ ਸੀ ਤਾਂ ਮੈਂ ਇੱਕ ਬੱਕਰੀ ਦੀ ਬਲੀ ਚੜਾ ਦਿੱਤੀ ਸੀ। ਫੇਰ ਰੱਬ ਨੇ ਨਾਰਾਜ਼ ਹੋ ਕੇ ਮੈਨੂੰ ਬੱਕਰੀ ਬੰਨਣ ਦੀ ਸਜ਼ਾ ਦਿੱਤੀ ਸੀ। ਤੇ ਹੁਣ ਜਿਵੇਂ ਹੀ ਤੁਸੀਂ ਮੇਰੀ ਬਲੀ ਦਿਓਗੇ, ਤੁਸੀਂ ਸ਼ਾਪਿਤ ਹੋ ਜਾਓਗੇ। ਫਿਰ ਅਗਲੇ ਜਨਮ ਵਿੱਚ ਤੁਸੀਂ ਬੱਕਰੀ ਬਣ ਜਾਓਗੇ ਤੇ ਮੈਂ ਵਾਪਸ ਇਨਸਾਨ ਬਣ ਜਾਵਾਂਗੀ। ਇਸੇ ਕਰਕੇ ਮੈਂ ਹੱਸ ਰਹੀ ਸੀ। ਫਿਰ ਬਾਅਦ ਚ ਰੋਈ ਕਿਉਂ?
ਮੈਂ ਇਸ ਕਰਕੇ ਰੋਈ ਸੀ ਕਿਉਂਕਿ ਪਿਛਲੇ ਜਨਮ ਵਿੱਚ ਜਦ ਮੈਂ ਬੱਕਰੀ ਦੀ ਬਲੀ ਦਿੱਤੀ ਸੀ ਤਾਂ ਰੱਬ ਨੇ ਮੈਨੂੰ ਬੱਕਰੀ ਬਣਾ ਦਿੱਤਾ ਸੀ। ਹੁਣ ਇਸ ਜਨਮ ਵਿੱਚ ਤੁਸੀਂ ਮੇਰੀ ਬਲੀ ਚੜਾਓਗੇ, ਫਿਰ ਰੱਬ ਤੁਹਾਨੂੰ ਬੱਕਰੀ ਬਣਾ ਦੂਗਾ। ਤੁਸੀਂ ਇੰਨੇ ਗਿਆਨੀ ਹੋਣ ਦੇ ਬਾਵਜੂਦ ਬੱਕਰੀ ਬਣ ਜਾਓਗੇ, ਫਿਰ ਦੁੱਖ ਤਾਂ ਹੋਗਾ ਹੀ। ਬੱਕਰੀ ਦੀ ਗੱਲ ਸੁਣ ਕੇ ਬਾਬਾ ਉਹਦੀ ਗੱਲਾਂ ਵਿੱਚ ਆਇਆ। ਉਹਨੂੰ ਆਪਣੇ ਅਗਲੇ ਜਨਮ ਦੀ ਚਿੰਤਾ ਹੋਣ ਲੱਗੀ, ਹੋਰ ਪਛਤਾਵਾ ਵੀ ਹੋਣ ਲੱਗਿਆ। ਫਿਰ ਬਾਬਾ ਨੇ ਕਸਮ ਖਾਤੀ ਕਿ ਅੱਜ ਦੇ ਬਾਅਦ ਉਹ ਕਦੇ ਵੀ ਬਲੀ ਨਹੀਂ ਚੜਾਊਗਾ। ਓਏ ਪੁੱਤ, आज ਦੇ ਬਾਅਦ ਸਾਡੇ ਆਸ਼ਰਮ ਦੇ ਵਿੱਚ ਕਿਸੇ ਵੀ ਜਾਨਵਰ ਦੀ ਬਲੀ ਨਹੀਂ ਚੜਾਈ ਜਾਊਗੀ। आज ਦੇ ਬਾਅਦ ਇਹ ਬੱਕਰੀ ਸਾਡੀ ਖਾਸ ਬੱਕਰੀ ਹੋਊਗੀ। ਇਹਨੂੰ ਰੋਜ਼ ਤਾਜ਼ਾ ਹਰੀ ਘਾਸ ਖਿਲਾਣਾ, ਰੋਜ਼ ਨਲਾਣਾ ਔਰ ਰੋਜ਼ ਇਹਦੇ ਨਾਲ ਖੇਡਣਾ, ਸਮਝ ਗਏ ਹੁਣ? ਜੀ ਗੁरुदेव। फिर रोज मैं ताजा ताजा दूध देवांगी दिल तो। बकरी ने साहस और अपनी अकल का इस्तेमाल करके अपनी जान बचा ली और समाज ਨੂੰ ਇੱਕ ਸੰਦੇਸ਼ ਦਿੱਤਾ ਕਿ ਮੁਸ਼ਕਿਲ ਵਕਤ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਸਾਹਸ ਔਰ ਚਤੁਰਾਈ ਦੇ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਡਟ ਕਰ ਕਰਨਾ ਚਾਹੀਦਾ। ਜੇ ਤੁਹਾਨੂੰ ਸਾਡਾ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਪਲੀਜ਼ ਹਮਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਹਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੀ। ਧੰਨਵਾਦ।